ਸਮਾਂ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਪ੍ਰਸੰਗ ਇਹ ਕਾਵ ਟੋਟਾ 9ਵੀਂ ਜਮਾਤ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਸਮੇਂ ਦੇ ਸਦਾ ਚੱਲਦੇ ਰਹਿਣ ਵਾਲੇ ਸੁਭਾਅ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਸਮੇਂ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ। ਇਹ ਆਪਣੀ ਚਾਲ ਚੱਲਦਾ ਰਹਿੰਦਾ ਹੈ। ਵਿਆਖਿਆ ਭਾਈ ਸਾਹਿਬ ਭਾਈ ਸਾਹਿਬ ਇਸਤਰੀ ਰੂਪ ਵਿੱਚ ਲਿਖਦੇ ਹਨ ਕਿ ਮੈਂ ਸਮੇਂ ਨੂੰ ਰੋਕਣ ਲਈ ਉਸ ਅੱਗੇ ਤਰਲੇ ਮਿੰਨਤਾਂ ਕਰਕੇ ਥੱਕ ਗਈ ਹਾਂ ਕਿ ਉਹ ਰੁਕ ਜਾਵੇ, ਪਰ ਸਮੇਂ ਨੇ ਮੇਰੀ ਕੋਈ ਵੀ ਗੱਲ ਨਹੀਂ ਮੰਨੀ। ਉਸ ਨੂੰ ਰੋਕਣ ਲਈ ਮੈਂ ਉਸਦੇ ਪੱਲੇ ਤੋਂ ਫੜ ਕੇ ਆਪਣੇ ਵੱਲ ਖਿੱਚਿਆ, ਪਰ ਉਹ ਪੱਲਾ ਛੁਡਾ ਕੇ ਵੀ ਚਲਾ ਗਿਆ। ਮੈਂ ਕੋਈ ਵੀ ਹੀਲਾ ਵਰਤ ਕੇ ਉਸ ਨੂੰ ਰੋਕ ਨਹੀਂ ਸਕੀ। ਮੈਂ ਉਸ ਨੂੰ ਰੋਕਣ ਲਈ ਉਸਦੇ ਰਸਤੇ ਵਿੱਚ ਜਿਹੜੀ ਵੀ ਰੁਕਾਵਟ ਪਾਈ, ਉਹ ਉਸ ਨੂੰ ਭੰਨ ਤੋੜ ਕੇ ਅੱਗੇ ਲੰਘ ਗਿਆ। ਉਹ ਆਪਣੀ ਤਿੱਖੀ ਚਾਲ ਨਾਲ ਮੇਰੀਆਂ ਸਾਰੀਆਂ ਰੁਕਾਵਟਾਂ ਨੂੰ ਚੀਰਦਾ ਹੋਇਆ ਚਲਾ ਗਿਆ। ਮਨੁੱਖ ਕੋਈ ਵੀ ਹੀਲਾ ਵਰਤ ਕੇ ਸਮੇਂ ਨੂੰ ਆਪਣੇ ਕਾਬੂ ਵਿੱਚ ਨਹੀਂ ਰੱਖ ਸਕਦਾ। ਸਮਾਂ ਬਹੁਤ ਤੇਜ਼ ਰਫ਼ਤਾਰ ਨਾਲ ਲੰਘ ਜਾਂਦਾ ਹੈ। ਇਸ ਲਈ ਸਾਨੂੰ ਵਰਤਮਾਨ ਸਮੇਂ ਦਾ ਸਦ ਉਪਯੋਗ ਕਰਕੇ ਉਸ ਨੂੰ ਸਫਲ ਬਣਾਉਣਾ ਚਾਹੀਦਾ ਹੈ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵਦਾ। ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਪ੍ਰਸੰਗ ਇਹ ਕਾਵ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਭਾਈ ਸਾਹਿਬ ਨੇ ਮਨੁੱਖ ਨੂੰ ਆਪਣੇ ਵਰਤਮਾਨ ਸਮੇਂ ਨੂੰ ਨਾਮ ਸਿਮਰਨ ਅਤੇ ਹੋਰ ਚੰਗੇ ਕੰਮਾਂ ਵਿੱਚ ਲਾ ਕੇ ਸਫਲ ਕਰਨ ਲਈ ਕਿਹਾ ਹੈ। ਵਿਆਖਿਆ ਭਾਈ ਸਾਹਿਬ ਲਿਖਦੇ ਹਨ ਕਿ ਹੇ ਮਨੁੱਖ, ਤੂੰ ਅਜੇ ਵੀ ਸੰਭਲ ਜਾ ਅਤੇ ਜੋ ਸਮਾਂ ਤੇਰੇ ਕੋਲ ਹੈ ਉਸ ਦੀ ਸੰਭਾਲ ਕਰ ਲੈ। ਵਰਤਮਾਨ ਸਮਾਂ ਜੋ ਅਜੇ ਤੇਰੇ ਹੱਥ ਵਿੱਚ ਹੈ, ਤੂੰ ਉਸ ਨੂੰ ਨਾਮ ਸਿਮਰਨ, ਸਤਸੰਗ ਅਤੇ ਚੰਗੇ ਕਰਮਾਂ ਵਿੱਚ ਲਾ ਕੇ ਸਫਲ ਕਰ ਲੈ। ਜੇ ਤੂੰ ਇੰਜ ਨਾ ਕੀਤਾ ਤਾਂ ਸਮੇਂ ਨੇ ਬਹੁਤ ਤੇਜ਼ ਚਾਲ ਚੱਲਦੇ ਹੋਏ ਤੇਰੇ ਹੱਥੋਂ ਨਿਕਲ ਜਾਣਾ ਹੈ, ਕਿਉਂਕਿ ਸਮੇਂ ਨੂੰ ਰੁਕਣ ਦੀ ਜਾਚ ਹੀ ਨਹੀਂ ਹੈ। ਜੇਕਰ ਸਮਾਂ ਇੱਕ ਵਾਰ ਲੰਘ ਜਾਵੇ ਤਾਂ ਉਹ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਲਈ ਤੈਨੂੰ ਆਪਣਾ ਵਰਤਮਾਨ ਸਮਾਂ ਸਫਲ ਬਣਾਉਣ ਲਈ ਹਰ ਸਮੇਂ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਕਵਿਤਾ ਦਾ ਕੇਂਦਰੀ ਭਾਵ ਹੈ ਜੀ, ਸਮੇਂ ਦਾ ਸੁਭਾਅ ਹਮੇਸ਼ਾ ਚੱਲਦੇ ਰਹਿਣ ਵਾਲਾ ਹੈ। ਮਨੁੱਖ ਇਸ ਨੂੰ ਕੋਈ ਵੀ ਹੀਲਾ ਵਰਤ ਕੇ ਰੋਕ ਨਹੀਂ ਸਕਦਾ। ਇਸ ਲਈ ਮਨੁੱਖ ਨੂੰ ਵਰਤਮਾਨ ਸਮਾਂ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਲਾ ਕੇ ਸਫਲ ਕਰ ਲੈਣਾ ਚਾਹੀਦਾ ਹੈ।
ਇਸ ਕਵਿਤਾ ਦਾ ਜੋ ਕੇਂਦਰੀ ਭਾਵ ਹੈ, ਸਮਾਂ ਕਵਿਤਾ ਦਾ ਕੇਂਦਰੀ ਭਾਵ ਹੈ, ਸਮੇਂ ਦਾ ਸੁਭਾਅ ਹਮੇਸ਼ਾ ਚੱਲਦੇ ਰਹਿਣ ਵਾਲਾ ਹੈ। ਮਨੁੱਖ ਇਸ ਨੂੰ ਕੋਈ ਵੀ ਹੀਲਾ ਵਰਤ ਕੇ ਰੋਕ ਨਹੀਂ ਸਕਦਾ। ਇਸ ਲਈ ਮਨੁੱਖ ਨੂੰ ਵਰਤਮਾਨ ਸਮਾਂ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਲਾ ਕੇ ਸਫਲ ਕਰ ਲੈਣਾ ਚਾਹੀਦਾ ਹੈ। ਸਮਾਂ ਕਵਿਤਾ ਦਾ ਲੇਖਕ ਕੌਣ ਹੈ? ਭਾਈ ਵੀਰ ਸਿੰਘ। ਸਮਾਂ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ? ਸਮੇਂ ਦੀ। ਸਮਾਂ ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ? ਸਮੇਂ ਨੂੰ। ਸਮੇਂ ਨੂੰ ਕਿਸ ਚੀਜ਼ ਦੀ ਜਾਂਚ ਨਹੀਂ ਹੈ? ਰੁਕਣ ਦੀ। ਕਿਹੜਾ ਸਮਾਂ ਮਨੁੱਖ ਦੇ ਹੱਥ ਵਿੱਚ ਹੈ? ਵਰਤਮਾਨ। ਮਨੁੱਖ ਵਰਤਮਾਨ ਸਮੇਂ ਨੂੰ ਕਿਵੇਂ ਸਫਲ ਕਰ ਸਕਦਾ ਹੈ? ਨਾਮ ਸਿਮਰਨ ਕਰਕੇ ਅਤੇ ਚੰਗੇ ਕੰਮਾਂ ਵਿੱਚ ਲਾ ਕੇ। ਨਾਮ ਸਿਮਰਨ ਕਰਕੇ ਅਤੇ ਚੰਗੇ ਕੰਮਾਂ ਵਿੱਚ ਲਾ ਕੇ। ਬਿਨ ਫਸ਼ਾਂ ਦਾ ਫੁੱਲ। ਮੇਰੀ ਛਿਪੀ ਰਹੀ ਗੁਲਜ਼ਾਰ ਮੈਂ ਨੀਵਾ ਉੱਗਿਆ। ਕੋਈ ਲੱਗੇ ਨਾ ਨਜ਼ਰ ਟਪਾਰ ਮੈਂ ਪਰਬਤ ਲੁਕਿਆ। ਮੈਂ ਲਿਆ ਆਕਾਸ਼ੋਂ ਰੰਗ, ਮੈਂ ਲਿਆ ਆਕਾਸ਼ੋਂ ਰੰਗ, ਜੋ ਸੋਖ ਨਾ ਵਨ ਦਾ। ਹਾਂ ਧੂਰੋਂ ਗਰੀਬੀ ਮੰਗ, ਮੈਂ ਆਇਆ ਜਗਤ ਤੇ। ਪ੍ਰਸੰਗ। ਇਹ ਇਹ ਕਾਵਿ ਟੋਟਾ 9ਵੀਂ ਜਮਾਤ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਬਿਨ ਫਸ਼ਾਂ ਦਾ ਫੁੱਲ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫਸ਼ਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ। ਵਿਆਖਿਆ। ਭਾਈ ਸਾਹਿਬ ਬਿਨਫਸ਼ਾਂ ਦੇ ਫੁੱਲ ਦਾ ਮਾਨਵੀਕਰਨ ਕਰਦੇ ਹੋਏ ਇੱਕ ਜਗਿਆਸੂ ਦੇ ਰੂਪ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਓ ਕਰਦੇ ਹੋਏ ਲਿਖਦੇ ਹਨ ਕਿ ਮੇਰੀ ਇੱਛਾ ਹੈ ਕਿ ਮੇਰੀ ਗੁਲਜ਼ਾਰ ਛੁਪੀ ਰਹੇ, ਇਸ ਲਈ ਹੀ ਮੈਂ ਪਰਬਤਾਂ ਵਿੱਚ ਨੀਵੀਆਂ ਥਾਵਾਂ ਤੇ ਲੁਕ ਕੇ ਉੱਗਦਾ ਹਾਂ। ਮੇਰੀ ਇੱਛਾ ਹੈ ਕਿ ਮੇਰੀ ਸੁੰਦਰਤਾ ਨੂੰ ਕਿਸੇ ਦੀ ਵੀ ਬੁਰੀ ਨਜ਼ਰ ਨਾ ਲੱਗੇ। ਮੈਨੂੰ ਅਸਮਾਨ ਤੋਂ ਕੁਦਰਤੀ ਤੌਰ ਤੇ ਜੋ ਰੰਗ ਮਿਲਿਆ ਹੈ ਉਹ ਬਹੁਤ ਭੜਕੀਲਾ ਨਹੀਂ ਹੈ। ਮੈਂ ਸੰਸਾਰ ਵਿੱਚ ਸ਼ੁਰੂ ਤੋਂ ਹੀ ਗਰੀਬੀ ਲੈ ਕੇ ਹੀ ਪੈਦਾ ਹੋਇਆ ਹਾਂ ਅਤੇ ਮੈਂ ਹਮੇਸ਼ਾ ਗਰੀਬ ਤੇ ਨਿਮਾਣਾ ਬਣ ਕੇ ਹੀ ਰਹਿਣਾ ਚਾਹੁੰਦਾ ਹਾਂ ਤਾਂ ਕਿ ਕਿਸੇ ਦਾ ਵੀ ਧਿਆਨ ਮੇਰੇ ਵੱਲ ਨਾ ਆਵੇ। ਮੈਂ ਪਿਆ ਅਰਸ਼ ਦੀ ਤਰੇਲ, ਪੱਲਾ ਮੈਂ ਕਿਰਨ ਖਾ। ਮੇਰੀ ਨਾਲ ਚਾਂਦਨੀ ਖੇਲ, ਰਾਤ ਰਲ ਖੇਲੀਏ। ਮੈਂ ਮਸਤ ਆਪਣੇ ਹਾਲ, ਮਗਨ ਗੰਧ ਆਪਣੀ। ਹਾਂ ਦਿਨ ਨੂੰ ਭੋਰੇ ਨਾਲ ਵੀ ਮਿਲਣੋਂ ਸੰਗਦਾ। ਆ ਸ਼ੋਖੀ ਕਰਕੇ ਪੌਣ ਜਦੋਂ ਗੱਲ ਲੱਗਦੀ, ਮੈਂ ਨਾ ਹੀ ਹਿਲਾਵਾਂ ਧੋਣ, ਵਾਜ ਨਾ ਕੱਢਦਾ। ਪ੍ਰਸੰਗ। ਇਹ ਕਾਵਿ ਟੋਟਾ 9ਵੀਂ ਜਮਾਤ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਬਿਨ ਫਸ਼ਾਂ ਦਾ ਫੁੱਲ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆ
ਕਿਹਾ ਹੈ ਕਿ ਉਹ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫਸ਼ਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ। ਵਿਆਖਿਆ। ਕਵੀ ਬਿਨਫਸ਼ਾਂ ਦੇ ਫੁੱਲ ਦੇ ਮੂੰਹੋਂ ਸਾਧਕ ਦੇ ਰੂਪ ਵਿੱਚ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਮੇਰੀ ਇੱਛਾ ਬਿਨਫਸ਼ਾਂ ਦੇ ਫੁੱਲ ਵਾਂਗ ਹਮੇਸ਼ਾ ਛੁਪੇ ਰਹਿਣ ਦੀ ਹੈ। ਮੈਂ ਬਹੁਤ ਸਾਦਾ ਜੀਵਨ ਜਿਉਂਦਾ ਹਾਂ ਅਤੇ ਹਮੇਸ਼ਾ ਨੀਵਾਂ ਹੋ ਕੇ ਰਹਿੰਦਾ ਹਾਂ। ਮੇਰੇ ਜਿਉਂਦੇ ਰਹਿਣ ਲਈ ਪੀਣ ਲਈ ਅਰਸ ਦੀ ਤਰੇਲ ਹੈ। ਮੇਰੇ ਜਿਉਂਦੇ ਰਹਿਣ ਲਈ ਪੀਣ ਲਈ ਅਰਸ ਦੀ ਤਰੇਲ ਹੈ ਅਤੇ ਖਾਣ ਲਈ ਸੂਰਜ ਦੀ ਕਿਰਨ। ਮੇਰੇ ਰਾਤ ਭਰ ਖੇਡਣ ਲਈ ਚੰਦ ਦੀ ਚਾਂਦਨੀ ਹੈ। ਮੈਂ ਹਰ ਸਮੇਂ ਆਪਣੇ ਆਪ ਵਿੱਚ ਅਤੇ ਆਪਣੀ ਖੁਸ਼ਬੂ ਵਿੱਚ ਹਮੇਸ਼ਾ ਮਸਤ ਰਹਿੰਦਾ ਹਾਂ। ਦਿਨ ਦੇ ਸਮੇਂ ਤਾਂ ਮੈਨੂੰ ਭੋਰੇ ਨਾਲ ਮਿਲਣ ਤੋਂ ਵੀ ਸੰਗ ਲੱਗਦੀ ਹੈ। ਜਦੋਂ ਚਲਦੀ ਹੋਈ ਤੇਜ਼ ਹਵਾ ਮੇਰੇ ਨਾਲ ਲੱਗਦੀ ਹੈ ਤਾਂ ਮੈਂ ਨਾ ਧੌਣ ਹਿਲਾਉਂਦਾ ਹਾਂ, ਨਾ ਮੂੰਹੋਂ ਆਵਾਜ਼ ਕਰਦਾ ਹਾਂ। ਇਸ ਦਾ ਮਤਲਬ ਮੈਂ ਹਮੇਸ਼ਾ ਨਿਮਾਣਾ ਬਣ ਕੇ ਰਹਿੰਦਾ ਹਾਂ। ਮੇਰੀ ਦੁਨੀਆ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਇੱਛਾ ਨਹੀਂ ਹੈ। ਹੋ ਫਿਰ ਵੀ ਟੁੱਟਾ ਹਾਏ ਵਿਛੋੜਨ ਵਾਲਿਓ, ਮੇਰੀ ਪਿੰਨੀ ਇਹ ਖੁਸ਼ਬੋ ਕਿਵੇਂ ਨਾ ਛਿਪਦੀ। ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ ਹਾਂ ਪੂਰੀ ਹੁੰਦੀ ਨਾ। ਮੈਂ ਤਰਲੇ ਲੈ ਰਿਹਾ। ਪ੍ਰਸੰਗ। ਇਹ ਕਾਵਿ ਟੋਟਾ 9ਵੀਂ ਜਮਾਤ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਬਿਨਫਸ਼ਾਂ ਦਾ ਫੁੱਲ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫਸ਼ਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ। ਵਿਆਖਿਆ। ਕਵੀ ਬਿਨਫਸ਼ਾਂ ਦੇ ਫੁੱਲ ਨੂੰ ਇੱਕ ਜਗਿਆਸੂ ਮਾਨਵ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਉਸ ਤੋਂ ਅਖਵਾਉਂਦੇ ਹਨ ਕਿ ਮੇਰੀ ਇਹ ਚਾਹਤ ਹੈ ਕਿ ਮੇਰੀ ਹੋਂਦ ਦਾ ਕਿਸੇ ਨੂੰ ਪਤਾ ਨਾ ਲੱਗੇ। ਮੈਂ ਹਮੇਸ਼ਾ ਲੁਕ ਛੁਪ ਕੇ ਰਹਿਣਾ ਚਾਹੁੰਦਾ ਹਾਂ ਅਤੇ ਆਪਣੇ ਪ੍ਰਭੂ ਦੇ ਪ੍ਰੇਮ ਪਿਆਰ ਵਿੱਚ ਮਸਤ ਰਹਿ ਕੇ ਜੀਵਨ ਗੁਜ਼ਾਰਨਾ ਚਾਹੁੰਦਾ ਹਾਂ। ਪਰ ਅਫਸੋਸ ਕਿ ਵਿਛੋੜਾ ਪਾਉਣ ਵਾਲਿਆਂ ਦੁਆਰਾ ਮੈਨੂੰ ਵਾਰ-ਵਾਰ ਤੋੜ ਦਿੱਤਾ ਜਾਂਦਾ ਹੈ। ਮੈਂ ਬਹੁਤ ਛੁਪਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਭਿੰਨੀ ਖੁਸ਼ਬੂ ਨੇ ਮੈਨੂੰ ਛੁਪਣ ਨਹੀਂ ਦਿੱਤਾ। ਮੇਰੀ ਇਹ ਇੱਛਾ ਸੀ ਕਿ ਮੈਂ ਛੁਪੇ ਰਹਾਂ ਤੇ ਛੁਪਿਆਂ ਹੀ ਦੁਨੀਆ ਤੋਂ ਚਲਾ ਜਾਵਾਂ। ਮੈਂ ਬਹੁਤ ਤਰਲੇ ਕਰ ਰਿਹਾ ਹਾਂ। ਪਰ ਮੇਰੀ ਇਹ ਇੱਛਾ ਪੂਰੀ ਨਹੀਂ ਹੁੰਦੀ। ਭਾਵ ਪਰਮਾਤਮਾ ਦੇ ਪ੍ਰੇਮ ਵਿੱਚ ਜੁੜੇ ਭਗਤ ਦੀ ਵਡਿਆਈ ਛੁਪੀ ਨਹੀਂ ਰਹਿੰਦੀ, ਪਰ ਉਸ ਸੱਚੇ ਭਗਤ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਹੋਂਦ ਜਗ ਜ਼ਾਹਰ ਨਾ ਹੋਵੇ। ਬਿਨਫਸ਼ਾਂ ਦਾ ਫੁੱਲ। ਹਾਂਜੀ, ਇਸ ਦਾ ਜੋ ਕੇਂਦਰੀ ਭਾਵ ਹੈ ਉਹ ਹੈ
ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਇੱਕ ਸਾਧਕ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਆਪਣੇ ਗੁਣਾਂ ਦੀ ਸੁਗੰਧ ਕਾਰਨ ਉਸ ਦੀ ਹੋਂਦ ਛੁਪੀ ਨਹੀਂ ਰਹਿੰਦੀ ਅਤੇ ਉਸ ਦੀ ਮੌਜੂਦਗੀ ਦੀ ਸੁਗੰਧ ਆਲੇ-ਦੁਆਲੇ ਵਿੱਚ ਫੈਲ ਜਾਂਦੀ ਹੈ, ਜਿਸ ਕਾਰਨ ਉਸ ਜਗਿਆਸੂ ਦੀ ਇੱਛਾ ਪੂਰੀ ਨਹੀਂ ਹੁੰਦੀ। ਬਿਨਫਸ਼ਾ ਦੇ ਫੁੱਲ ਦਾ ਕੇਂਦਰੀ ਭਾਵ ਹੈ, ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਇੱਕ ਸਾਧਕ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਆਪਣੇ ਗੁਣਾਂ ਦੀ ਸੁਗੰਧ ਕਾਰਨ ਉਸ ਦੀ ਹੋਂਦ ਛੁਪੀ ਨਹੀਂ ਰਹਿੰਦੀ ਅਤੇ ਉਸ ਦੀ ਮੌਜੂਦਗੀ ਦੀ ਸੁਗੰਧ ਆਲੇ-ਦੁਆਲੇ ਵਿੱਚ ਫੈਲ ਜਾਂਦੀ ਹੈ, ਜਿਸ ਕਾਰਨ ਉਸ ਜਗਿਆਸੂ ਦੀ ਇੱਛਾ ਪੂਰੀ ਨਹੀਂ ਹੁੰਦੀ। ਕਵੀ ਨੇ ਬਿਨਫਸ਼ਾ ਦੇ ਫੁੱਲ ਵਿੱਚ ਕੁਦਰਤ ਦਾ ਕੀ ਕੀਤਾ ਹੈ? ਕਵੀ ਨੇ ਬਿਨਫਸ਼ਾ ਦੇ ਫੁੱਲ ਵਿੱਚ ਕੁਦਰਤ ਦਾ ਕੀ ਕੀਤਾ ਹੈ? ਮਾਨਵੀਕਰਨ। ਬਿਨਫਸ਼ਾ ਦਾ ਫੁੱਲ ਕਿੱਥੇ ਉੱਗਿਆ ਹੈ? ਪਰਬਤਾਂ ਵਿੱਚ ਨੀਵੀਂ ਥਾਂ। ਪਰਬਤਾਂ ਵਿੱਚ ਨੀਵੀਂ ਥਾਂ। ਕਵੀ ਨੇ ਬਿਨਫਸ਼ਾ ਦੇ ਫੁੱਲ ਨੂੰ ਕੀ ਬਣਾਇਆ ਹੈ? ਜਗਿਆਸੂ ਦਾ ਪ੍ਰਤੀਕ। ਬਿਨਫਸ਼ਾ ਦਾ ਫੁੱਲ ਰਾਤ ਨੂੰ ਕਿਸ ਨਾਲ ਖੇਡਦਾ ਹੈ? ਚੰਨ ਦੀ ਚਾਂਦਨੀ ਨਾਲ। ਬਿਨਫਸ਼ਾ ਦਾ ਫੁੱਲ ਕੀ ਚਾਹੁੰਦਾ ਹੈ? ਹਮੇਸ਼ਾ ਲੁਕਿਆ ਰਹਿਣਾ। ਬਿਨਫਸ਼ਾ ਦੇ ਫੁੱਲ ਨੂੰ ਤੋੜਨ ਵਾਲੇ ਉਸ ਕੋਲ ਕਿਵੇਂ ਪੁੱਜ ਜਾਂਦੇ ਹਨ? ਉਸ ਦੀ ਭਿੰਨੀ ਖੁਸ਼ਬੂ ਕਾਰਨ। ਬਿਨਫਸ਼ਾ ਦੇ ਫੁੱਲ ਨੂੰ ਤੋੜਨ ਵਾਲੇ ਉਸ ਕੋਲ ਕਿਵੇਂ ਪੁੱਜ ਜਾਂਦੇ ਹਨ? ਉਸ ਦੀ ਭਿੰਨੀ ਖੁਸ਼ਬੂ ਕਾਰਨ।